ਸਤਿ ਸ੍ਰੀ ਅਕਾਲ। ਆਓ ਅੱਜ ਆਪਾਂ ਸਿਹਤ ਬਾਰੇ ਕਿ ਸਿਹਤਮੰਦ ਹੋਣ ਲਈ ਜੋ ਬੇਸਿਕ ਫਾਰਮੂਲਾ ਹੈ ਵਿਸ਼ਵ स्वास्थ्य संघ द्वारा पास है, WHO द्वारा पास है और अच्छे अच्छे ਮਾਹਰਾਂ ਦੁਆਰਾ ਵੀ ਉਸ ਦੀ ਪੁਸ਼ਟੀ ਕੀਤੀ ਗਈ ਹੈ। ਜਦੋਂ ਅਸੀਂ ਉਹਨਾਂ ਦੇ ਉੱਤੇ ਅਟੈਂਸ਼ਨ ਨਹੀਂ ਦਿੰਦੇ ਤਾਂ ਸਾਡੇ ਅੰਦਰ ਬਿਮਾਰੀਆਂ ਦਾ ਪ੍ਰਵੇਸ਼ ਹੋਣਾ ਜ਼ਰੂਰ। ਮੈਡੀਕਲ ਸਾਇੰਸ ਨੂੰ ਅੱਜ ਮੈਡੀਕਲ ਸਾਇੰਸ ਬੇਸ਼ੱਕ ਉਹ ਕਿਸੇ ਵੀ ਪੈਥੀ ਦੇ ਵਿੱਚ ਹੈ, ਉਹ ਐਕਟਿਵ ਕਿਉਂ ਹੋ ਗਈ? ਕਿਉਂਕਿ ਜਿੰਨੇ ਡਾਕਟਰ ਉਦੋਂ ਵੱਧ ਮਰੀਜ਼। ਔਰ ਹਾਰਟ ਦੇ ਕੇਸ ਤਾਂ ਤਕਰੀਬਨ 8 ਮਿਲੀਅਨ ਪੇਸ਼ੈਂਟਸ ਔਰ 8 ਮਿਲੀਅਨ ਪੇਸ਼ੈਂਟ ਦੇ ਵਿੱਚੋਂ ਸਿਰਫ 1 ਲੱਖ ਬੰਦੇ ਦੀ ਭਾਰਤ ਵਰਸ਼ ਦੇ ਅੰਦਰ ਡਾਕਟਰ ਤੋਂ ਟ੍ਰੀਟਮੈਂਟ ਹੁੰਦੀ ਹੈ ਔਰ ਬਾਕੀ 2 ਲੱਖ ਮਰੀਜ਼ 2 ਮਿਲੀਅਨ ਮਰੀਜ਼ ਹਸਪੀਟਲ ਜਾਣ ਤੋਂ ਪਹਿਲਾਂ ਹੀ ਸਰੀਰ ਛੱਡ ਜਾਂਦੇ। ਪਰ ਇਹਨਾਂ ਗੱਲਾਂ ਨੂੰ ਸਾਨੂੰ ਪਹਿਲਾਂ ਸਮਝਣਾ ਬਹੁਤ ਜ਼ਰੂਰੀ ਹੈ। ਆਪਣੇ ਵਾਸਤੇ ਵੀ ਜ਼ਰੂਰੀ ਹੈ ਔਰ ਆਪਣੇ ਪਰਿਵਾਰ ਵਾਸਤੇ ਵੀ ਜ਼ਰੂਰੀ ਹੈ, ਆਪਣੇ ਬੱਚਿਆਂ ਵਾਸਤੇ ਵੀ ਜ਼ਰੂਰੀ ਹੈ ਔਰ ਉਸ ਦਾ ਇਫੈਕਟ ਸਮਾਜ ਦੇ ਉੱਪਰ ਵੀ ਹੋ ਰਿਹਾ ਹੈ। ਅਸੀਂ ਦੇਖਦੇ ਹਾਂ ਕਿ ਅੱਜ ਦੇ ਟਾਈਮ ਵਿੱਚ ਛੋਟੀ ਉਮਰ ਦੇ ਬੱਚੇ ਨੂੰ ਵੀ ਹਾਰਟ ਅਟੈਕ ਆ ਰਿਹਾ ਹੈ। ਗਰਭ ਦੇ ਅੰਦਰ ਵੀ ਬੱਚੇ ਦੀ ਹਾਰਟ ਦੀ ਕੰਸਟਰਕਸ਼ਨ ਪੂਰੀ ਨਹੀਂ ਹੁੰਦੀ ਹੈ। ਇਹਨਾਂ ਚੀਜ਼ਾਂ ਦੇ ਉੱਤੇ ਸਾਡੀ ਅਟੈਂਸ਼ਨ ਨਹੀਂ ਗਈ। 4 ਪ੍ਰਕਾਰ ਦੀ ਸਿਹਤ, ਜਿਸ ਨੂੰ ਮੈਂ ਪਹਿਲਾਂ ਹੀ ਉਸ ਦੀ ਪਰਿਭਾਸ਼ਾ ਦੱਸ ਚੁੱਕਿਆ ਹਾਂ ਕਿ ਅਰਥ ਇਹ ਨਹੀਂ ਹੈ ਕਿ ਸਾਡੇ ਸਰੀਰ 'ਚ ਕੋਈ ਰੋਗ ਨਹੀਂ ਹੈ। ਰੋਗ ਹੋਣ ਦੇ ਬਾਵਜੂਦ ਵੀ ਸਾਡੇ ਜੀਵਨ ਵਿੱਚ ਖੁਸ਼ ਮਿਜ਼ਾਜ ਹੈ, ਪਰਿਵਾਰ ਦੇ ਵਿੱਚ ਹਾਰਮੋਨੀ ਹੈ, ਸਮਾਜ ਦੇ ਵਿੱਚ ਹਾਰਮੋਨੀ ਹੈ, ਪ੍ਰੋਫੈਸ਼ਨਲ ਲਾਈਫ ਦੇ ਵਿੱਚ, एजुकेशन सिस्टम ਦੇ ਵਿੱਚ आपस में संतुलन है। आप दा बिहेवियर 4 प्रकार ਦੀ स्वास्थ्य के साथ 3 प्रकार ਦੀ स्वास्थ्य ਦਾ आधार ਕੀ ਹੈ? ਅੱਜ ਇੱਕ ਪ੍ਰਸ਼ਨ ਆਇਆ। उस प्रश्न ਵਿੱਚ ਮੈਨੂੰ ਪੁੱਛਿਆ ਗਿਆ कि डॉक्टर जी, आपने ने कहा है कि समाज ਵਿੱਚ ਰਹਿੰਦੇ ਹੋਏ ਤੰਦਰੁਸਤ ਰਹੋ। ਸਮਾਜ ਦੀਆਂ ਬੁਰਾਈਆਂ ਨੂੰ ਦੇਖਦੇ ਹੋਏ, ਸਮਾਜ ਦੇ ਵਾਤਾਵਰਣ ਨੂੰ ਦੇਖਦੇ ਹੋਏ, ਵਾਯੂਮੰਡਲ ਨੂੰ ਦੇਖਦੇ ਹੋਏ ਕਿੰਨਾ ਦੂਸ਼ਿਤ ਹੋ ਰਿਹਾ ਹੈ। पानी भी दूषित है और हवा भी दूषित है और सीजन ਦੇ ਵਿੱਚ ਚੇਂਜਸ ਕਿੰਨੀਆਂ ਆ ਚੁੱਕੀਆਂ ਹਨ। ਸਰਦੀ ਦੇ ਵਿੱਚ ਐਕਸਟ੍ਰੀਮ ਸਰਦੀ ਔਰ ਗਰਮੀ ਦੇ ਵਿੱਚ ਐਕਸਟ੍ਰੀਮ ਗਰਮੀ। ਇਹ ਜਿਹੜੇ ਮੌਸਮ ਦੇ ਪਰਿਵਰਤਨ ਹੋ ਰਹੇ ਹਨ, ਇਹਨਾਂ ਦੇ ਕਾਰਨ ਵੀ ਤਣਾਅ ਆਉਂਦਾ ਹੈ ਔਰ ਜਿਹੜਾ ਤਣਾਅ ਆ ਰਿਹਾ ਹੈ ਇਹ 3 ਪ੍ਰਕਾਰ ਦੀ ਸਿਹਤ ਦੇ ਉੱਤੇ ਅਸਰ ਕਰ ਰਿਹਾ ਹੈ। ਔਰ ਤਣਾਅ ਦੀਆਂ 3 ਕਿਸਮਾਂ ਹਨ। ਪਹਿਲਾਂ ਜਦੋਂ ਤਣਾਅ ਸ਼ੁਰੂ ਹੁੰਦਾ ਹੈ, ਉਹ ਸਾਡੇ ਮਸਤਕ ਦੇ ਅੰਦਰ ਮਨ ਦੇ ਉੱਪਰ ਇੱਕ ਪ੍ਰਕਾਰ ਦਾ ਮਾਈਨਰ ਅਟੈਕ ਕਰਦਾ ਹੈ, ਜਿਸ ਨਾਲ ਜੀਵਨ ਦੇ ਵਿੱਚ ਚਿੜਚਿੜਾਪਨ ਆ ਜਾਣਾ,
ਗੁੱਸੇ ਨੂੰ ਅਸੀਂ ਰੋਕ ਲੈਣਾ, ਕਿਉਂਕਿ ਗੁੱਸੇ ਨੂੰ ਇੱਕ ਤਾਂ ਅਸੀਂ ਬਾਹਰ ਬੋਲ ਕੇ ਕੱਢ ਦਿੰਦੇ ਹਾਂ, ਇੱਕ ਗੁੱਸਾ ਮਨ ਦੇ ਅੰਦਰ ਹੀ ਚੱਲਦਾ ਰਹਿੰਦਾ, ਬਾਰ-ਬਾਰ ਉਹਦੀ ਰੈਪੀਟੀਸ਼ਨ ਹੁੰਦੀ ਰਹਿੰਦੀ ਹੈ। ਉਹ ਗੁੱਸਾ ਹੋਰ ਵੀ ਖਤਰਨਾਕ ਹੈ। ਇਹ ਜਿਹੜੇ ਸਰੀਰਕ ਰੋਗ ਆਏ, ਮੈਡੀਕਲ ਸਾਇੰਸ ਨੇ ਤਾਂ ਉਹਨਾਂ ਨੂੰ ਹੀ ਸਮਝਿਆ, ਤਣਾਅ ਨੂੰ ਘੱਟ ਕਰਨ ਦੇ ਉਹਨਾਂ ਨੇ ਅਨੇਕ ਯੁਕਤੀਆਂ ਔਰ ਉਹਨਾਂ ਦੇ ਫਾਰਮੂਲੇ ਉਹ ਵੀ ਦੱਸੇ। ਹਰ ਇੱਕ ਨੇ ਅਲੱਗ-ਅਲੱਗ ਕਿਹਾ ਕਿ ਜੀਵਨ ਸ਼ੈਲੀ ਨੂੰ ਬਦਲੋ, ਤਾਂ ਹੀ ਤੁਸੀਂ ਮਾਨਸਿਕ ਮੈਂਟਲ ਹੈਲਥ ਔਰ ਸੋਸ਼ਲ ਹੈਲਥ ਔਰ ਫਿਜ਼ੀਕਲ ਹੈਲਥ ਤਾਂ ਤੀਸਰੇ ਨੰਬਰ ਤੇ ਹੁੰਦੀ ਹੈ। ਜਦੋਂ ਸਰੀਰ ਦੇ ਅੰਦਰ ਦੂਸਰੇ ਕਿਸਮ ਦਾ ਤਣਾਅ, ਜੋ ਐਂਗਜ਼ਾਇਟੀ ਔਰ ਟੈਨਸ਼ਨ ਦਾ ਰੂਪ ਧਾਰਨ ਕਰਕੇ ਨਿਰੰਤਰ ਸਾਡੇ ਬ੍ਰੇਨ ਨੂੰ ਸਪਰੈਸ ਕਰਦਾ ਹੈ, ਨਿਯੰਤਰਣ ਕਰ ਦਿੰਦਾ ਹੈ, ਤਾਂ ਉਹ ਤੀਸਰੇ ਰੂਪ ਵਿੱਚ ਚਲਾ ਜਾਂਦਾ ਹੈ। ਤੀਸਰਾ ਰੂਪ ਹੈ ਡਿਪਰੈਸ਼ਨ। ਪਹਿਲਾਂ ਸਾਨੂੰ ਡਿਪਰੈਸ਼ਨ ਦਾ ਪਤਾ ਨਹੀਂ ਸੀ, ਹੁਣ ਸਾਡੇ ਮਨੋਰੋਗ ਦੇ ਮਾਹਰਾਂ ਨੇ ਕੁਝ ਪੁਸਤਕਾਂ ਵੀ ਕੱਢੀਆਂ, ਜਿਹਨੂੰ ਮੈਂ ਪੜ੍ਹਿਆ। ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਕਿਹਾ ਕਿ ਡਿਪਰੈਸ਼ਨ ਤੋਂ ਡਰੋ ਨਹੀਂ, ਇਹ ਕੈਮੀਕਲ ਪਰਿਵਰਤਨ ਹੁੰਦੇ ਹਨ, ਉਹਨਾਂ ਨੂੰ ਅਸੀਂ ਮੈਡੀਸਨ ਦੇ ਦੁਆਰਾ ਠੀਕ ਕਰ ਸਕਦੇ ਹਾਂ। ਇੱਕ ਵਾਰੀ ਮੇਰਾ ਮਨੋਰੋਗ ਵਿਸ਼ੇਸ਼ज्ञ ਦੇ ਨਾਲ ਵਿਚਾਰਾਂ ਦੀ ਲੈਣ ਦੇਣ ਹੋਈ। ਮੈਂ ਕਿਹਾ, ਡਾਕਟਰ ਸਾਹਿਬ, ਮਨ ਸਰੀਰ ਦਾ ਹਿੱਸਾ ਹੈ ਜਾਂ ਕਿ ਚੇਤਨਾ ਦਾ ਹਿੱਸਾ ਹੈ ਜਾਂ ਆਤਮਾ ਦਾ ਅੰਗ ਹੈ? ਮਨ ਨੂੰ ਕੰਟਰੋਲ ਸਰੀਰ ਕਰਦਾ ਹੈ ਜਾਂ ਮਨ ਨੂੰ ਕੰਟਰੋਲ ਆਤਮਾ ਕਰਦੀ ਹੈ? ਵਿਚਾਰ ਮਨ ਉਠਾਉਂਦਾ ਹੈ, ਕੀ ਉਹ ਸਰੀਰਕ ਹੈ? ਕੀ ਮਨ ਦੇ ਉੱਤੇ ਜੋ ਵੀ ਅਸੀਂ ਟੈਸਟ ਕਰਦੇ ਹਾਂ, ਤੁਸੀਂ EEG ਦਾ ਰਿਕਾਰਡ ਕਰਦੇ ਹੋ, ਤੁਸੀਂ EEG ਨੂੰ ਰਿਕਾਰਡ ਕਰਕੇ ਤੁਸੀਂ ਉਸ ਨੂੰ 4 ਪ੍ਰਕਾਰ ਚ ਵੰਡ ਦਿੰਦੇ। ਨਾਰਮਲ ਲਾਈਫ ਦੇ ਵਿੱਚ ਤੁਸੀਂ ਅਲਫਾ ਸਟੇਜ ਦੱਸਦੇ ਹੋ ਕਿ ਜੋ 7 ਤੋਂ ਲੈ ਕੇ 13 ਤੱਕ, ਔਰ ਆਦਮੀ ਸੰਤੁਲਿਤ ਲਾਈਫ ਦੇ ਵਿੱਚ ਹਾਰਮੋਨੀ ਚ, ਉਹਨੂੰ ਅਸੀਂ ਕਹਿੰਦੇ ਅਲਫਾ। ਔਰ ਜੋ ਬੀਟਾ ਸਟੇਜ ਆ ਜਾਂਦੀ ਹੈ, ਮਾਈਂਡ ਜਿਹੜਾ ਹੈ ਉਹ ਟਾਈਪ A ਪਰਸਨੈਲਿਟੀ ਵਿੱਚ ਪਰਿਵਰਤਨ ਹੋ ਜਾਂਦਾ। ਉਹਦੇ ਸੰਕਲਪਾਂ ਦੀ, ਉਹਦੇ ਵਿਚਾਰਾਂ ਦੀ ਸਪੀਡ ਵੱਧ ਜਾਂਦੀ, ਜਿਸ ਦੇ ਅੰਦਰ 1 ਸੈਕਿੰਡ ਦੇ ਵਿੱਚ 13 ਤੋਂ ਲੈ ਕੇ 25 ਤੱਕ ਵਿਚਾਰ ਉੱਠਦੇ ਹਨ। ਉਹੀ ਬੰਦਾ ਅਗਰ ਤਣਾਅ ਤੇ ਐਂਗਜ਼ਾਇਟੀ ਔਰ ਟੈਨਸ਼ਨ ਵਿੱਚ ਚਲਾ ਜਾਂਦਾ ਹੈ, ਉਹਦੇ ਵਿਚਾਰ ਫਿਰ, ਜਿਹਨੂੰ ਅਸੀਂ ਗਾਮਾ ਸਟੇਜ ਕਹਿੰਦੇ ਹਾਂ, ਉਹ ਤਕਰੀਬਨ 60 ਤੱਕ ਪਹੁੰਚ ਜਾਂਦੇ ਹਨ। ਉਸ ਟਾਈਮ ਦੇ ਉੱਤੇ ਅਸੀਂ ਉਸ ਨੂੰ ਸਪਰੈਸ ਤਾਂ ਕਰ ਦਿੰਦੇ ਹਾਂ, ਅਸੀਂ ਕੰਟਰੋਲ ਤਾਂ ਕਰ ਦਿੰਦੇ ਹਾਂ। ਬਿਮਾਰੀ ਦੀਆਂ ਸਾਈਨਸ ਔਰ ਸਿੰਪਟਮਸ, ਨਿਸ਼ਾਨੀਆਂ, ਬਿਮਾਰਾਂ ਦੁਆਰਾ ਦੱਸੇ ਹੋਏ ਤਕਲੀਫਾਂ, ਉਸ ਨੂੰ ਸਾਰੇ ਨੂੰ ਜਾਣ ਕਰਕੇ ਅਸੀਂ ਉਸ ਨੂੰ ਮੈਡੀਸਿਨ ਦੇ ਦਿੰਦੇ ਹਾਂ। ਔਰ ਡਾਕਟਰ ਦੇ ਪਾਸ ਮਰੀਜ਼ ਹਫਤੇ ਦੇ ਅੰਦਰ ਅੰਦਰ ਦੁਬਾਰਾ ਹੁੰਦਾ ਹੈ, ਡਾਕਟਰ ਜੀ ਮੈਨੂੰ ਆਰਾਮ ਹੈ। ਡਾਕਟਰ ਜੀ ਕਹਿੰਦੇ ਦਵਾਈ ਹੋਰ ਚੱਲੂਗੀ।
और डिप्रेशन की दवाई तुहानू पता है कि 6-6 महीने साल साल भर भी चलती। फिर भी एक चीज़ है कि जदों असीं वो मैडिसन छड्डण दे उत्ते होने, मैं ये देखा पहला वो मैडिसन छोटे रूप शुरू करते हैं। मान लो कोई मैडिसन का 10 मिलीग्राम है, वो जो एडजस्ट हो जाता है तो फिर 25 मिलीग्राम कर दिता जाता। मैं क्या डॉक्टर साहब फिर तुम मैडिसन की डोज बढ़ा देने हो, फिर तुम 50 मिलीग्राम भी कर देने हो। क्योंकि मेरा प्रोफैशन साइकैट्री नहीं है, पर मैनू जानने की जरूरत सी। वो कहंदा असीं की करते हैं, असीं ये एडजस्ट करने की कोशिश करते हैं कि जिहड़े ब्रेन के सैल है वो कित्थे तक वो मैडिसन नू कोप करते हैं जां उहनूं टॉलरेट करते हैं जिथे वो बंदा नॉर्मल हो जाता है। असीं बीमारी नू कंट्रोल करते हैं। मैं कहा की तुसीं बीमारी नू एरेडिकेट कर सकते हो, बीमारी नू टोटल रूप दे विच बाहर कढ सकते हो? तो उन्होंने हस के ही सिर्फ गल की कि डॉक्टर साहब तुसीं जानते ही हो पेशेंट नू ज़्यादा गल्लां डिस्कलोज नहीं कीतियां जांदियां, क्योंकि मैडिकल साइंस दे विच भी असीं गल्लां नू पेशेंट दे पास नहीं खोलदे। जे डॉक्टर पेशेंट नू ये कह दिंदा है तेरा रंग कुछ पीला जिहा गया, तो पेशेंट का उस टाइम के उत्ते ही मन के विचार शुरू हो जाते, उसकी नैगेटिव शेटी शुरू हो जाती कि मैनू कोई वड्डा रोग तो नहीं है। फिर इस तरह ले लो, जदों वो रोग मन के द्वारा ब्रेन के द्वारा वो विचारां की शक्ति जो नैगेटिव रूप धारण करके साडे कोल आई है, जो कि शरीर तो पैदा नहीं हो रही, जो कि आत्मा तो पैदा हो रही, वो विचार शक्ति जो बाहरी घटना है उन्हां तो आउंदी। असीं बाहरी घटना नूं किस तरह लैंदे हां? जे कोई अचानक घटना हुंदी है, साडे माइंड के उत्ते कितना प्रैशर पैंदा है। मान लो कि साडी धर्म पत्नी की डेथ हो जाती है, जां साडे इक्को एक पुत्र की डेथ हो जाती है, तो उस टाइम के उत्ते साडे विचार जिहड़े हैगे वो इन्नी गति नाल चलदे हन, असीं डिप्रैशन की बजाय साइकोटिक हो जाते हैं, असीं वायलेंट हो जाते हैं, असीं अगे सोच तो बंद कर देंगे। कहने का भाव यह होया कि बीमारी जदों शरीर अंदर चली गई तो मन का नियंत्रण उसके उपर नहीं रहा। तो इस तरीके नाल इन्हां चीज़ां नूं सोचते हुए कि आपां बीमारी नूं अपने कंट्रोल च रखीए, अपने नियंत्रण च रखीए। अज मैं विशेष करके तनाव के उत्ते क्यों बोल रहा, तो इस वास्ते इस नूं समझते हुए आपां इहनूं विराम दे सकीए। इस एपीसोड नूं मैं कंटिन्यू ही करांगा है, जिस दे नाल तुहानूं भी फायदा होवेगा और शरीर दे बीमारियां तो मुक्ति मिलेगी। मैं इत्थे विराम दिंदा होया सत श्री अकाल, फिर मिलांगे।